ਜਲੰਧਰ ਦੇ ਵਾਤਾਵਰਣ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਇੱਕ ਬਹੁਤ ਅਹਿਮ ਮੁੱਦਾ ਜਿਹੜਾ ਹੈ ਕਿ ਹਮੇਸ਼ਾ ਚਰਚਾ 'ਚ ਆਉਂਦਾ ਹੈ, ਲੇਕਿਨ ਉਹਦਾ ਕੋਈ ਸਿੱਟਾ ਨਹੀਂ ਨਿਕਲ ਪਾਉਂਦਾ। ਗੱਲ ਕਰ ਰਹੇ ਹਾਂ ਕਾਲਾ ਸੰਘਿਆ ਡਰੇਨ ਦੀ, ਕਿਉਂਕਿ ਇਹ ਜਿਹੜੀ ਖਬਰ ਹੈ ਜਲੰਧਰ ਸ਼ਹਿਰ ਵਾਸੀਆਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਲੰਧਰ ਦੇ ਵਿੱਚ ਕਾਲਾ ਸੰਘਿਆ ਡਰੇਨ ਦੇ ਨਾਲ ਦੀ ਜਿਹੜੀ ਮਿੱਟੀ ਹੈ ਉਹਦੇ ਵਿੱਚ ਇਹੋ ਜਿਹੀ ਰਿਸਰਚ ਹੋਈ ਹੈ ਤੇ ਨਤੀਜੇ ਆਏ ਨੇ ਕਿ ਜਿਹਦੇ 'ਚ ਕ੍ਰੋਮੀਅਮ ਪਾਇਆ ਗਿਆ। ਇਹ ਗੱਲ ਅਸੀਂ ਨਹੀਂ ਆਖ ਰਹੇ, ਇਹ ਗੱਲ ਡਾਕਟਰ BR ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਪ੍ਰੋਫੈਸਰ ਸਾਹਿਬਾਨ ਦੱਸ ਰਹੇ ਨੇ। ਜਿਵੇਂ ਕਿ ਮੈਂ ਸਾਰੇ ਦਰਸ਼ਕਾਂ ਨੂੰ ਵੀ ਦੱਸ ਦਵਾਂ ਤੇ ਸਾਰੇ ਸਰੋਤਿਆਂ ਨੂੰ ਇਹ ਦੱਸ ਰਿਹਾ ਕਿ ਜਿਹੜਾ ਸਾਡਾ ਰਿਸਰਚ ਦਾ ਮੇਜਰ ਕਾਰਨ ਸੀਗਾ ਉਹ ਅਸੀਂ ਜਿਹੜਾ ਪਹਿਲਾਂ ਵੀ ਸਾਡੀ ਲੈਬ ਜਿਹੜੀ ਆ ਉਹ এনवायरमेंटल ਮੋਨੀਟਰਿੰਗ ਤੇ ਕੰਮ ਕਰਦੀ ਹੈ। ਜਿਹੜਾ ਮਤਲਬ ਹਵਾ ਪਾਣੀ ਮਿੱਟੀ ਦੇ ਵਿੱਚ ਹੈਵੀ ਮੈਟਲਸ ਜਾਂ ਨੈਚੁਰਲ ਰੇਡੀਓਐਕਟਿਵ ਮਟੀਰੀਅਲਸ ਹੈ ਉਹਨਾਂ ਦੇ ਬਾਰੇ ਅਸੀਂ ਸਟੱਡੀ ਕਰਦੇ ਹਾਂ। ਔਰ ਸਾਡੇ ਕੋਲ ਸਾਡੀ ਲੈਬ ਦੇ ਵਿੱਚ ਸਾਡੇ ਕੋਲ 2 ਪ੍ਰੋਜੈਕਟ ਅਸੀਂ BARC ਬਾਬਾ ਐਟੋਮਿਕ ਰਿਸਰਚ ਸੈਂਟਰ ਦੇ ਵੀ ਕਰ ਚੁੱਕੇ ਹਾਂ। ਉਹਦੇ ਅੰਤਰਗਤ ਹੀ ਅਸੀਂ ਕੁਝ ਸਾਡੇ ਕੋਲ ਇਕਵਿਪਮੈਂਟਸ ਜਿਹੜੇ ਹੈਵੀ ਮੈਟਲ ਐਨਾਲਿਸਿਸ ਲਈ ਸੀਗੇ ਤੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਕਾਲਾ ਸੰਘਿਆ ਡਰੇਨ ਔਰ ਬੁੱਢਾ ਨਾਲਾ ਜਿਵੇਂ ਕਿ ਬੜੇ ਮਸ਼ਹੂਰ ਹੈ ਪੰਜਾਬ ਦੇ ਵਿੱਚ ਔਰ ਉੱਥੇ ਕਾਫੀ ਇੰਡਸਟਰੀਅਲ ਪ੍ਰੋਬਲਮਸ ਆ ਰਹੀਆਂ ਸੀਗੀਆਂ ਤੇ ਅਸੀਂ ਉੱਥੇ ਇੱਕ ਪਾਇਲਟ ਸਟੱਡੀ ਕਰਨ ਦੀ ਸੋਚੀ ਤੇ ਅਸੀਂ ਸ਼ੁਰੂ ਕੀਤਾ ਕਿ ਅਸੀਂ ਕਾਲਾ ਸੰਘਿਆ ਡਰੇਨ ਸ਼ੁਰੂ ਕਰਾਂਗੇ ਆਪਣੇ ਜਲੰਧਰ ਦੇ ਇਸ ਏਰੀਏ ਤੋਂ ਜਿੱਥੇ ਕਿ ਹੈਂਡ ਟੂਲ ਇੰਡਸਟਰੀਜ਼ ਤੋਂ ਲੈ ਕੇ ਲੈਦਰ ਕੰਪਲੈਕਸ ਤੱਕ। ਤੇ ਅਸੀਂ ਕੁਝ ਸੈਂਪਲਸ ਉੱਥੋਂ ਕਲੈਕਟ ਕੀਤੇ 10-15 ਜ਼ੋਨਸ ਬਣਾਏ ਐਸੇ ਅਲੱਗ-ਅਲੱਗ ਤਾਂ ਕਿ ਅਸੀਂ ਸਾਰਾ ਉਸ ਡਰੇਨ ਨੂੰ ਉਸ ਰੇਂਜ ਨੂੰ ਕਵਰ ਕਰ ਸਕੀਏ ਅਕੋਰਡਿੰਗਲੀ ਲੈਦਰ ਇੰਡਸਟਰੀ ਔਰ ਹੈਂਡ ਟੂਲ ਇੰਡਸਟਰੀ। ਤੇ ਅਸੀਂ ਦੇਖਿਆ ਕਿ ਕੁਝ ਜਿਹੜੇ ਹੈਂਡ ਟੂਲ ਇੰਡਸਟਰੀ ਦੇ ਆਸੇ-ਪਾਸੇ ਵਾਲੇ ਜਿਹੜੇ ਏਰੀਆ ਸੀ ਉੱਥੇ ਜਦੋਂ ਅਸੀਂ ਮਿੱਟੀ ਕਲੈਕਟ ਕੀਤੀ ਕਾਲਾ ਸੰਘਿਆ ਡਰੇਨ ਦੇ ਨਾਲ ਉਹਨਾਂ ਦੇ ਵਿੱਚ ਕ੍ਰੋਮੀਅਮ ਦਾ ਲੈਵਲ ਜਿਹੜਾ ਕਿ ਮਿਥਿਆ ਲੈਵਲ ਹੈ 100 ਦੇ ਕਰੀਬ ਮਾਈਕਰੋਗ੍ਰਾਮ ਪਰ ਕੇਜੀ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲੋਂ 6 ਔਰ 7 ਗੁਣਾ ਆ ਰਿਹਾ ਸੀ। ਔਰ ਇਸ ਸਟੱਡੀ ਲਈ ਸਾਨੂੰ ਥੋੜ੍ਹਾ ਲੱਗਾ ਕਿ ਇਹ ਬੜੀ ਅਲਾਰਮਿੰਗ ਸਿਚੁਏਸ਼ਨ ਹੈ ਔਰ ਸਾਨੂੰ ਲੋਕਾਂ ਨੂੰ ਜਾਣੂ ਕਰਾਉਣਾ ਚਾਹੀਦਾ ਹੈ। ਅਸੀਂ ਇਸ ਕਰਕੇ ਕੁਝ ਆਪਣੀ ਸਟੱਡੀ ਪਬਲਿਸ਼ ਵੀ ਕੀਤੀ ਅਖਬਾਰਾਂ ਦੇ ਵਿੱਚ ਜਿਹਦੇ ਕਰਕੇ ਥੋੜ੍ਹਾ ਜਿਹਾ ਸਾਨੂੰ ਰਿਸਪੌਂਸ ਵੀ ਮਿਲਿਆ ਲੋਕਾਂ ਵੱਲੋਂ ਕਿ ਸਾਡੇ ਕੁਝ ਏਰੀਆਜ਼ ਦੇ ਵਿੱਚ ਆ ਕੇ ਤੁਸੀਂ ਖੁਦ ਵੀ ਸਟੱਡੀ ਕਰੋ। ਔਰ ਉਸ ਤੋਂ ਬਾਅਦ ਅਸੀਂ ਕੁਝ ਦੁਬਾਰਾ ਵੀ ਸਟੱਡੀ ਕੀਤੀ ਤਾਂ ਕਿ ਸਾਡੇ ਰਿਜ਼ਲਟਸ ਨੂੰ ਅਸੀਂ ਐਨਾਲਿਸਿਸ ਕਰ ਸਕੀਏ। ਔਰ ਉਸ ਸਟੱਡੀ ਤੋਂ ਬਾਅਦ ਵੀ ਅਸੀਂ ਦੇਖਿਆ ਕਿ ਦੂਜੀ ਵਾਰ ਵੀ ਉਹ ਮਿੱਟੀ ਦੇ ਵਿੱਚ ਲੈਵਲ ਬਹੁਤ ਜ਼ਿਆਦਾ ਸੀ ਔਰ ਉਹਦਾ ਕਾਰਨ ਕੀ ਸੀ ਉਹ ਅਜੇ ਤੱਕ ਅਸੀਂ ਨਹੀਂ ਨਿਕਾਲ ਪਾਏ ਕਿਉਂਕਿ ਸਾਡਾ ਕੰਮ ਸੀਗਾ ਲੋਕਾਂ ਨੂੰ ਅਵੇਅਰ ਕਰਾਉਣਾ। ਪਰ ਅਸੀਂ ਨਾਲ ਹੀ ਉਹਦਾ ਜਿਹੜਾ ਪਾਣੀ ਵੀ ਦੇਖਿਆ ਜਿਹੜਾ ਕਾਰਪੋਰੇਸ਼ਨ ਤੋਂ ਪਾਣੀ ਸਪਲਾਈ ਹੁੰਦਾ ਉਹਦੇ 'ਚ ਹਜੇ ਉਹ ਕੰਟੈਮੀਨੇਸ਼ਨ ਲੈਵਲ ਨਹੀਂ ਗਿਆ। ਮਤਲਬ ਸਾਡੇ ਲਈ ਕਿ ਬੜੀ ਜ਼ਰੂਰੀ ਚੀਜ਼ ਹੈ ਕਿ ਕੁਝ ਲੈਵਲ ਅਲਾਰਮਿੰਗ ਆ ਰਹੇ ਕੁਝ ਏਰੀਆਜ਼ ਦੇ ਵਿੱਚ ਬਟ ਉਹ ਹਜੇ ਕੰਟਰੋਲੇਬਲ ਹੇਠਲੇ ਪੱਧਰ ਦੇ ਕਿ ਅਸੀਂ ਪਾਣੀ ਦੇ ਵਿੱਚ ਹਜੇ ਮਿਕਸਿੰਗ ਨਹੀਂ ਹੋਈ ਤੇ ਅਸੀਂ ਜੇ ਉਹਦੇ ਉੱਤੇ ਕੋਈ ਸੋਲਿਊਸ਼ਨ ਕਰ ਸਕਦੀ ਹੈ ਸਰਕਾਰ ਤੇ ਸਰਕਾਰ ਨੂੰ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਹੈ ਔਰ ਇੰਡਸਟਰੀਜ਼ ਨੂੰ ਵੀ ਇਸ ਚੀਜ਼ ਲਈ ਗਾਈਡ ਕਰਨਾ ਚਾਹੀਦਾ ਹੈ ਕਿ ਜੇ ਉਹ ਆਪਣੇ ਇੰਡਸਟਰੀਜ਼ ਦੇ ਵਿੱਚ ਕੁਝ ਵੀ ਖਾਸ ਕਰਕੇ ਹੈਵੀ ਮੈਟਲ ਔਰ ਜਿਹੜੀਆਂ ਹੈਂਡ ਟੂਲ ਇੰਡਸਟਰੀਜ਼ ਆ ਕਿਉਂਕਿ ਕ੍ਰੋਮ ਪਲੇਟਿੰਗ ਕਰਦੀਆਂ ਔਰ ਕਾਰਨ ਇਹੋ ਹੀ ਹੋ ਸਕਦਾ ਕਿ ਸ਼ਾਇਦ ਉਹਨਾਂ ਦੇ ਐਫਲੂਐਂਟ ਡਿਸਚਾਰਜ ਕਰਕੇ ਇਹ ਕੁਝ ਆ ਰਿਹਾ ਸੀਗਾ ਤੇ ਉਹਨਾਂ ਨੂੰ ਪ੍ਰੋਪਰ ਟਰੀਟ ਕਰਕੇ ਉਹਨੂੰ ਪਾਣੀ ਨੂੰ ਇੰਡਸਟਰੀ 'ਚੋਂ ਬਾਹਰ ਕੱਢਿਆ ਜਾਵੇ। ਡਾਕਟਰ ਸਾਹਿਬ ਮੇਰਾ ਇਹਦੇ 'ਚ ਸਵਾਲ ਇਹ ਹੈਗਾ ਕਿ ਡਰੇਨ ਦੇ ਪਾਣੀ ਦੇ ਵਿੱਚ ਹਾਲਾਂਕਿ ਤੁਸੀਂ ਦੱਸਦੇ ਹੋ ਕਿ ਐਸ ਸੱਚ ਕੋਈ ਕੰਟੈਮੀਨੇਸ਼ਨ ਨਹੀਂ ਮਿਲੀ ਪਰ ਜਦੋਂ ਕ੍ਰੋਮੀਅਮ ਦੀ ਗੱਲ ਆਉਂਦੀ ਤੇ ਸਿੱਧਾ ਕੈਂਸਰ ਦਿਮਾਗ ਦੇ ਵਿੱਚ ਬਿਮਾਰੀ ਜਿਹੜੀ ਸਿੱਧੀ ਆਉਂਦੀ ਹੈ। ਮੁੱਖ ਸਵਾਲ ਇਹ ਹੈ ਕਿ ਮਿੱਟੀ ਦੇ ਵਿੱਚ ਪਹਿਲੀ ਵਾਰੀ ਜਦੋਂ ਹੁਣ ਕ੍ਰੋਮਿੰਗ ਪਾਇਆ ਗਿਆ ਉਹਦਾ ਕਾਰਨ ਕਿਤੇ ਨਾ ਕਿਤੇ ਇਹੀ ਹੋ ਸਕਦਾ ਕਿ ਇੰਡਸਟਰੀ ਦੇ ਅੰਦਰੋਂ ਜਿਹੜਾ ਪਾਣੀ ਨਿਕਲਦਾ ਉਹ ਕਿਤੇ ਨਾ ਟ੍ਰੀਟਡ ਨਾ ਹੋਣ ਕਰਕੇ ਸਿੱਧਾ ਹੀ ਵਿੱਚ ਜਾ ਰਿਹਾ ਕਿ ਜਿਹਦੇ ਕਰਕੇ ਇਹ ਵੱਧਦਾ ਜਾ ਰਿਹਾ। ਦੇਖੋ ਬਿਲਕੁਲ ਕਿਉਂਕਿ ਜਲੰਧਰ ਦਾ ਜਿਹੜਾ ਏਰੀਆ ਹੈ ਜੇ ਅਸੀਂ ਜਿਓਲੋਜਿਸਟਾਂ ਨਾਲ ਵੀ ਗੱਲ ਕੀਤੀ ਹੈ ਔਰ ਸਾਨੂੰ ਪਤਾ ਕਿ ਜਲੰਧਰ ਦਾ ਮਿੱਟੀ ਇਹੋ ਜਿਹੀ ਨਹੀਂ ਹੈ ਕਿ ਉਹਦੇ 'ਚ ਨੈਚੁਰਲ ਕ੍ਰੋਮੀਅਮ ਹੋਏਗਾ ਔਰ ਜੇ ਕ੍ਰੋਮੀਅਮ ਮਿਲ ਰਿਹਾ ਹੈ ਤੇ ਉਹ ਕਿਸੇ ਨਾ ਕਿਸੇ ਜਿਹਨੂੰ ਅਸੀਂ ਕਹਿੰਦੇ ਕਿ ਇੰਡਸਟਰੀ ਦੇ ਕਾਰਨ ਹੀ ਆ ਸਕਦਾ ਹੈ। ਔਰ ਹੋਰ ਇੱਥੇ ਕੋਈ ਇਹੋ ਜਿਹਾ ਨਾ ਤਾਂ ਕੋਈ ਨਿਊਕਲੀਅਰ ਫਾਲ ਆਊਟ ਹੋਇਆ ਕਿ ਹੈਵੀ ਮੈਟਲ ਆ ਗਏ ਜਾਂ ਦੂਸਰੇ ਮਟੀਰੀਅਲ ਆ ਗਏ ਔਰ ਇਹ ਜੇ ਕਾਰਨ ਮੈਂ ਇਹ ਨਹੀਂ ਕਹਿੰਦਾ ਕਿ ਸਾਰੀਆਂ ਇੰਡਸਟਰੀ ਕਰ ਰਹੀਆਂ ਹੋਣਗੀਆਂ ਬਟ ਕੁਝ ਇੰਡਸਟਰੀਜ਼ ਜ਼ਰੂਰ ਪਾਣੀ ਨੂੰ ਬਿਨਾਂ ਟਰੀਟ ਕੀਤਿਆਂ ਹੀ ਭੇਜ ਰਹੀਆਂ ਹੋਣਗੀਆਂ। ਕਿਤੇ ਨਾ ਕਿਤੇ ਗਲਿਚ ਹੈ ਜਿਹਦੇ ਲਈ ਸਾਨੂੰ ਬੜਾ ਅਲਾਰਮਿੰਗ ਕੰਮ ਹੈ ਕਿ ਇਹਦੇ ਉੱਤੇ ਥੋੜ੍ਹਾ ਜਿਹਾ ਸਾਨੂੰ ਸੰਗਿਆਨ ਲੈਣਾ ਚਾਹੀਦਾ ਹੈ ਸਰਕਾਰ ਨੂੰ ਔਰ ਦੇ ਸ਼ੁੱਡ ਕਮ ਅਪ ਵਿਦ ਸੋਲਿਊਸ਼ਨ ਆਲਸੋ ਕਿ ਜੇ ਕੋਈ ਛੋਟੀਆਂ ਇੰਡਸਟਰੀਆਂ ਨੂੰ ਨਹੀਂ ਪਤਾ ਔਰ ਛੋਟੇ ਯੂਨਿਟ ਉਹਨਾਂ ਨੇ ਲਗਾਏ ਹੋਏ ਹੈ ਕਿ ਕਿਸ ਤਰ੍ਹਾਂ ਉਹਨੂੰ ਟਰੀਟ ਕਰਕੇ ਪਾਣੀ ਨੂੰ ਤੁਸੀਂ ਡਿਸਚਾਰਜ ਕਰਨਾ ਹੈ ਤਾਂ ਉਹਨਾਂ ਨੂੰ ਸਮਝਾਉਣਾ ਵੀ ਪਏਗਾ। ਕੱਲ੍ਹ ਨੂੰ ਅਗਰ ਉਹ ਮਿੱਟੀ ਪਾਣੀ ਦੇ ਨਾਲ ਅੱਗੇ ਬਹਿੰਦੀ ਹੈ ਜਿੱਥੇ ਜਿੱਥੇ ਡਰੇਨ ਦਾ ਪਾਣੀ ਜਾਂਦਾ ਹੈ ਨੁਕਸਾਨ ਉੱਥੇ ਹੋਣਾ ਲਾਜ਼ਮੀ ਹੈ। ਦੂਸਰੀ ਚੀਜ਼ ਮੇਰਾ ਹੈ ਕਿ ਜਿਹੜਾ ਮਿੱਟੀ ਦੇ ਵਿੱਚ ਮਿੱਟੀ ਪਾਈ ਗਈ ਹੈ ਉਹ ਅਗਰ ਪਾਣੀ ਦੇ ਨਾਲ ਉਹਦੀ ਕੰਟੈਮੀਨੇਸ਼ਨ ਹੁੰਦੀ ਹੈ ਉਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਤੀਜੇ ਨਿਕਲਣਗੇ?
ਦੇਖੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਮਿੱਟੀ ਦੇ ਵਿੱਚ ਹਜੇ ਇੱਕ ਲੋਕਲਾਈਜ਼ਡ ਕਨਸੈਂਟਰੇਸ਼ਨ ਹੈ, ਕੁਝ ਏਰੀਆਜ਼ ਦੇ ਵਿੱਚ ਹੈ ਔਰ ਕੁਝ ਏਰੀਆਜ਼ 'ਚ ਨਹੀਂ ਹੈ। ਔਰ ਉਹ ਲੈਦਰ ਕੰਪਲੈਕਸ ਵਾਲੇ ਪਾਸੇ ਸਾਨੂੰ ਘੱਟ ਮਿਲਿਆ, ਪਰ ਹੈਂਡ ਟੂਲ ਇੰਡਸਟਰੀ ਵਾਲੇ ਪਾਸੇ ਜ਼ਿਆਦਾ ਮਿਲ ਰਿਹਾ। ਹੁਣ ਉਹਦੇ ਵਿੱਚ ਅਸੀਂ ਇਹ ਸੋਚ ਸਕਦੇ ਹਾਂ ਕਿ ਜੇ ਕੱਲ ਨੂੰ ਇਹ ਮਿੱਟੀ ਦੀ ਮਿਕਸਿੰਗ ਹੁੰਦੀ ਹੈ ਔਰ ਕੱਲ ਨੂੰ ਉਹ ਪਾਣੀ, ਜੇ ਸਪੋਜ਼ ਗਰਾਊਂਡ ਵਾਟਰ ਵੀ ਉਸ ਮਿੱਟੀ 'ਚ ਕੱਲ ਨੂੰ ਸਾਨੂੰ ਉੱਥੇ ਹੀ ਏਰੀਆ ਦੇ ਵਿੱਚ, ਕਿਉਂਕਿ ਆਬਾਦੀ ਤੇ ਅੱਜਕੱਲ ਵੱਧ ਰਹੀ ਹੈ ਔਰ ਪਾਪੂਲੇਸ਼ਨ ਹਰ ਜਗ੍ਹਾ ਵੱਧ ਰਹੀ ਹੈ ਔਰ ਅੱਜਕੱਲ ਅਸੀਂ ਜੇ ਕਹੀਏ ਕਿ ਨਾਲਿਆਂ ਦੇ ਨਾਲ ਵੀ ਲੋਕ ਬਹੁਤ ਜ਼ਿਆਦਾ ਰਹਿ ਰਹੇ ਨੇ, ਔਰ ਕੱਲ ਨੂੰ ਜੇ ਅਸੀਂ ਉੱਥੋਂ ਪਾਣੀ ਡਰੇਨ ਆਊਟ ਕਰਦੇ ਹਾਂ ਜਾਂ ਕੋਈ ਟੁੱਲੂ ਪੰਪ ਲਾ ਕੇ ਜਾਂ ਕੋਈ ਆਪਣਾ ਬੋਰ ਕਰਕੇ ਉੱਥੋਂ ਪਾਣੀ ਐਕਸਟ੍ਰੈਕਟ ਕਰਦਾ, ਤੇ ਉਹ ਪਾਣੀ ਮਿਕਸ ਹੋ ਸਕਦਾ ਹੈ। ਯੂਰੇਨੀਅਮ ਦੇ ਕਈ ਤਰ੍ਹਾਂ ਦੇ ਕੰਪਾਊਂਡ ਹੁੰਦੇ ਨੇ, ਜਿਹਦੇ 'ਚ ਕੁਝ ਕੰਪਾਊਂਡ ਵਾਟਰ ਸੋਲਿਊਬਲ ਹੁੰਦੇ, ਤੇ ਜੇ ਤੇ ਵਾਟਰ ਸੋਲਿਊਬਲ ਕੰਪਾਊਂਡ ਉਹ ਪਾਣੀ ਦੇ ਵਿੱਚ ਮਿਕਸ ਹੋ ਜਾਏਗਾ, ਤੇ ਉਹ ਪਾਣੀ ਦੇ ਨਾਲ ਜੋ ਪਾਣੀ ਐਕਸਟ੍ਰੈਕਟ ਕਰਾਂਗੇ, ਜਿੱਥੇ ਉਹ ਪਾਣੀ ਜਾਏਗਾ ਉਹਦੇ ਨਾਲ ਉਹ ਅੱਗੇ ਵੱਧਦਾ ਜਾਏਗਾ। ਸਰਕਾਰ ਨਾਲ ਜਾਂ ਡਿਪਾਰਟਮੈਂਟ ਪੀਪੀਸੀਬੀ ਨਾਲ ਕੋਈ ਗੱਲਬਾਤ ਹੋਈ ਹੈ ਇਹਦੇ ਬਾਰੇ? ਕਿਉਂਕਿ ਅਲਾਰਮਿੰਗ ਸਿਚੁਏਸ਼ਨ ਹੀ ਹਾਲੇ ਨੂੰ ਕਹਿ ਸਕਦੇ ਹਾਂ, ਖਤਰੇ ਵਾਲੀ ਹਾਲੇ ਕੋਈ ਗੱਲ ਹੈ ਨਹੀਂ, ਬਟ ਹਾਲੇ ਵੀ ਧਿਆਨ ਰੱਖਣਾ ਪਏਗਾ। ਦੇਖੋ ਮੇਰੀ ਡਾਇਰੈਕਟ ਤੇ ਪੀਪੀਸੀਬੀ ਨਾਲ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨਾਲ ਕੋਈ ਗੱਲ ਨਹੀਂ ਹੋਈ, ਬਟ ਜਿਹੜੀ ਸਾਡੀ ਇਸ ਰਿਸਰਚ ਦੀ ਸਟੱਡੀਜ਼ ਜਦੋਂ ਪਬਲਿਸ਼ ਹੋਈ ਸੀ, ਇਹਦੇ ਉੱਤੇ ਪੰਜਾਬ ਹਿਊਮਨ ਰਾਈਟ ਕਮਿਸ਼ਨ ਨੇ ਪੂਰਾ ਸੰਗਿਆਨ ਲਿੱਤਾ, ਤੇ ਉਹਨਾਂ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਕਿਹਾ ਹੈ ਕਿ 2 ਮਹੀਨੇ ਦੇ ਅੰਦਰ ਆਪਣੀ ਰਿਪੋਰਟ ਜਮ੍ਹਾਂ ਕਰਾਉਣ। ਅਸੀਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਮੁੱਖ ਨਿਰਦੇਸ਼ਕ ਜਿਹੜੇ ਇੱਥੇ ਜਲੰਧਰ ਬੈਠਦੇ ਨੇ, ਕਰੁਨੇਸ਼ ਗਰਗ ਸਾਹਿਬ, ਉਹਨਾਂ ਕੋਲ ਮੌਜੂਦ ਹੈਗੇ ਆ। ਇਹਨਾਂ ਕੋਲ ਜਾਣਦੇ ਆ ਕਿ ਕੀ ਇਹ ਰਿਪੋਰਟ ਹੈਗੀ ਹੈ ਤੇ ਪੀਪੀਸੀਬੀ ਇਸ ਨੂੰ ਕਿਸ ਤਰੀਕੇ ਨਾਲ ਦੇਖ ਰਿਹਾ ਹੈ। ਗਰਗ ਸਾਹਿਬ, ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈ ਕਿ ਇਹ ਰਿਪੋਰਟ ਕਾਫੀ ਚਰਚਾ ਦਾ ਇੱਕ ਵਿਸ਼ੇ ਬਣੀ ਹੈ। ਜਲੰਧਰ ਵਾਸੀ ਵੀ ਜਿਹੜਾ ਕਿ ਇਸ ਚੀਜ਼ ਦੇ ਬਾਰੇ ਜਾਣਨਾ ਚਾਹੁੰਦੇ ਨੇ। ਪੀਪੀਸੀਬੀ ਜ਼ਰਾ ਖੁੱਲ੍ਹ ਕੇ ਸਾਨੂੰ ਦੱਸੇ ਕਿ ਐਕਚੁਅਲ 'ਚ ਰਿਪੋਰਟ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਦੇਖਦੇ। ਮੈਂ ਵੀ ਇਹ ਜਿਹੜਾ ਰਿਪੋਰਟ ਬਾਰੇ ਮੈਨੂੰ ਅਖਬਾਰਾਂ ਦੇ ਥਰੂ ਹੀ ਪਤਾ ਲੱਗਿਆ ਹੈ ਕਿ ਐਨਆਈਟੀ ਦੇ ਇੱਕ ਪ੍ਰੋਫੈਸਰ ਸਾਹਿਬ ਨੇ ਕੋਈ ਸਟੱਡੀ ਕੀਤੀ ਹੈ, ਤੇ ਉਹਨਾਂ ਨੇ ਕਿਹਾ ਕਿ ਜਿਹੜਾ ਸੋਇਲ ਨੀਅਰ ਦੀ ਕਾਲਾ ਸੰਘਿਆ ਡਰੇਨ ਹੈ ਉਹਦੇ ਵਿੱਚ ਕ੍ਰੋਮ ਪਾਇਆ ਗਿਆ ਹੈ। ਪਰ ਮੇਰੇ ਕੋਲ ਉਹ ਡਿਟੇਲ ਰਿਪੋਰਟ ਹਾਲੇ ਤੱਕ ਅਸੀਂ ਉਹਨੂੰ ਪ੍ਰੋਕਿਉਰ ਕਰ ਰਹੇ ਹਾਂ, ਤੇ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੇ ਕਿਹੜੇ ਪੈਰਾਮੀਟਰਸ ਨੂੰ ਚੈੱਕ ਕੀਤਾ ਤੇ ਕੀ ਉਹਨਾਂ ਨੇ ਸਹੀ ਪ੍ਰੋਟੋਕੋਲ ਨਾਲ ਚੈੱਕ ਕੀਤਾ, ਤੇ ਜੇ ਉਹ ਇਸ਼ੂਜ਼ ਹੈਗੇ ਆ ਤਾਂ ਉਹ ਕੀ ਇਸ਼ੂਜ਼ ਨੂੰ ਉਹ ਹਾਈਲਾਈਟ ਕਰ ਰਹੇ ਆ। ਕਿਉਂਕਿ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜਾ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਲੈਦਰ ਕੰਪਲੈਕਸ ਦਾ ਹੈ, ਉਹ ਕਾਫੀ ਚਿਰ ਤੋਂ ਲੱਗਿਆ ਹੋਇਆ। ਪਹਿਲਾਂ ਉਹਦੀਆਂ ਕੁਝ ਸਮੱਸਿਆਵਾਂ ਕਿਸੇ ਵੇਲੇ ਸੀਗੀਆਂ, ਬਟ ਇਹ ਤਾਂ ਪਿਛਲੇ ਹੁਣ ਤਕਰੀਬਨ 1.5-2 ਸਾਲ ਤੋਂ ਬਿਲਕੁਲ ਠੀਕ ਚੱਲ ਰਿਹਾ ਹੈ, ਤੇ ਕ੍ਰੋਮ ਦਾ ਜਿਹੜਾ ਸਟੈਂਡਰਡ ਹੈ ਉਹ ਅਚੀਵ ਵੀ ਕਰ ਰਿਹਾ। ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕ੍ਰੋਮ ਦੀ ਕੰਸਨਟ੍ਰੇਸ਼ਨ ਕਿਸੇ ਸੋਇਲ 'ਚ ਆਈ ਹੋਣੀ ਹੈ। ਜੇ ਉਹ ਆਈ ਹੈ ਤਾਂ ਉਸ ਦੀ ਉਹਨਾਂ ਨੇ ਕਿਹੜੇ ਏਰੀਆਜ਼ ਤੋਂ ਸੈਂਪਲ ਲਿੱਤੇ ਨੇ, ਉਹ ਇੱਕ ਸਾਡੀ ਆਪਣੀ ਸਟੱਡੀ ਦਾ ਵਿਸ਼ੇ ਹੈ, ਤੇ ਪੀਪੀਸੀਬੀ ਇਹਦੇ ਵਿੱਚ ਪੂਰੀ ਘੋਖ ਕਰੇਗਾ ਵੀ ਜੇ ਕੋਈ ਸਾਨੂੰ ਲੱਗਦਾ ਵੀ ਕਿ ਰੈਮੀਡੀਏਸ਼ਨ ਦੀ ਲੋੜ ਹੈ ਜਾਂ ਕੋਈ ਇਸ ਤਰ੍ਹਾਂ ਦਾ ਉਹਨਾਂ ਨੇ ਮੁੱਦਾ ਚੁੱਕਿਆ ਜਿਹੜਾ ਕਿ ਪੀਪੀਸੀਬੀ ਵੱਲੋਂ ਰੈਮੀਡੀਅਲ ਮੇਜਰ ਲਿੱਤਾ ਜਾਣਾ ਚਾਹੀਦਾ, ਤਾਂ ਅਸੀਂ ਜ਼ਰੂਰ ਲਵਾਂਗੇ। ਪਰ ਪਹਿਲਾਂ ਅਸੀਂ ਇਸ ਰਿਪੋਰਟ ਨੂੰ ਚੰਗੀ ਤਰ੍ਹਾਂ ਆਪਣੇ ਲੈਵਲ 'ਤੇ, ਸਾਡਾ ਸਾਇੰਟੀਫਿਕ ਸਟਾਫ, ਅਸੀਂ ਇੰਜੀਨੀਅਰਿੰਗ ਲੈਵਲ 'ਤੇ ਅਸੀਂ ਇਹਨੂੰ ਪਹਿਲਾਂ ਸਟੱਡੀ ਕਰਾਂਗੇ, ਤੇ ਉਸ ਤੋਂ ਬਾਅਦ ਹੀ ਅਸੀਂ ਇਸ 'ਤੇ ਆਪਣਾ ਕੋਈ ਪ੍ਰਤੀਕਰਮ ਦੇਵਾਂਗੇ। ਹੁਣ ਇੱਕ ਵੱਡਾ ਸਵਾਲ ਦੇਖਣਾ ਇਹ ਹੋਏਗਾ ਕਿ ਜਦੋਂ ਇਹ ਰਿਪੋਰਟ ਸਾਹਮਣੇ ਆਉਂਦੀ ਹੈ, ਸਰਕਾਰਾਂ ਇਹਦੇ ਤੇ ਕਿਸ ਤਰੀਕੇ ਦੇ ਨਾਲ ਰਿਐਕਟ ਕਰਦੀਆਂ। ਪੀਪੀਸੀਬੀ ਡਿਪਾਰਟਮੈਂਟ ਜਿਹੜਾ ਕਿ ਮੁੱਖ ਤੌਰ ਤੇ ਜਿਹਦੀ ਵਾਤਾਵਰਣ ਨੂੰ ਸਵੱਛ ਰੱਖਣ ਦੀ ਜ਼ਿੰਮੇਵਾਰੀ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ, ਤੇ ਜਿਹੜੀ ਇੰਡਸਟਰੀ ਇਸ ਚੀਜ਼ ਲਈ ਜ਼ਿੰਮੇਦਾਰ ਦਿਖਾਈ ਦੇ ਰਹੀ ਹੈ, ਉਹਨਾਂ ਤੇ ਕਿਸ ਤਰੀਕੇ ਨਾਲ ਕਾਰਵਾਈ ਹੁੰਦੀ ਹੈ, ਅਵੇਅਰਨੈਸ ਪ੍ਰੋਸੈਸ ਨੂੰ ਕਿਵੇਂ ਅੱਗੇ ਵਧਾਇਆ ਜਾਂਦਾ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੀ ਸਿੱਟਾ ਕੱਢਿਆ ਜਾਂਦਾ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮਿਤ ਸਿੰਘ, ਪੀਟੀਸੀ ਨਿਊਜ਼, ਜਲੰਧਰ।